ਪਿਆਰੇ ਵਿਦਿਆਰਥੀਓ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਆਪਸੀ ਸਬੰਧਾਂ ਦੇ ਆਧਾਰ ਤੇ ਸਰਕਾਰ ਦੋ ਕਿਸਮ ਦੀ ਹੋ ਸਕਦੀ ਹੈ। ਸੰਸਦੀ ਪ੍ਰਣਾਲੀ ਦੀ ਸਰਕਾਰ ਜਾਂ ਪ੍ਰਧਾਨਗੀ ਪ੍ਰਣਾਲੀ ਦੀ ਸਰਕਾਰ। ਸੰਸਦੀ ਪ੍ਰਣਾਲੀ ਤੇ ਪ੍ਰਧਾਨਗੀ ਪ੍ਰਣਾਲੀ, ਇਹਨਾਂ ਦੋਨਾਂ ਵਿੱਚ ਬੇਸਿਕ ਡਿਫਰੈਂਸ ਕੀ ਹੈ ਕਿ ਸੰਸਦੀ ਪ੍ਰਣਾਲੀ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਗੂੜੇ ਸਬੰਧ ਹੁੰਦੇ ਨੇ। ਯਾਨੀ ਕਿ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਨੇ ਉਹ ਸੰਸਦ ਦੇ ਮੈਂਬਰ ਵੀ ਹੁੰਦੇ ਆ ਅਤੇ ਸੰਸਦ ਅੱਗੇ ਜ਼ਿੰਮੇਵਾਰ ਹੁੰਦੇ ਨੇ, ਅਤੇ ਰਾਜ ਦਾ ਮੁਖੀ ਜਿਹੜਾ ਆ ਉਹ ਨਾਮਾਤਰ ਦਾ ਮੁਖੀ ਹੁੰਦਾ ਆ। ਦੂਜੇ ਪਾਸੇ ਪ੍ਰਧਾਨਗੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਕੋਈ ਸਬੰਧ ਨਹੀਂ ਹੁੰਦਾ, ਯਾਨੀ ਕਿ ਕਾਰਜਪਾਲਿਕਾ ਦੇ ਮੈਂਬਰ ਸੰਸਦ ਦੇ ਮੈਂਬਰ ਨਹੀਂ ਹੁੰਦੇ ਅਤੇ ਨਾ ਹੀ ਸੰਸਦ ਅੱਗੇ ਜ਼ਿੰਮੇਵਾਰ ਹੁੰਦੇ ਨੇ, ਅਤੇ ਰਾਜ ਦਾ ਮੁਖੀ ਜਿਹੜਾ ਆ ਉਹ ਵਾਸਤਵਿਕ ਮੁਖੀ ਹੁੰਦਾ ਹੈ। ਸੋ ਅੱਜ ਆਪਾਂ ਸੰਸਦੀ ਸਰਕਾਰ ਦੀ ਗੱਲ ਕਰਨੀ ਹੈ। ਸੋ ਪਹਿਲਾਂ ਤਾਂ ਸੰਸਦੀ ਪ੍ਰਣਾਲੀ ਦਾ ਮੀਨਿੰਗ ਕਲੀਅਰ ਹੋਣਾ ਚਾਹੀਦਾ ਆ। ਜਿਵੇਂ ਕਿ ਤੁਹਾਨੂੰ ਮੈਂ ਐਕਸਪਲੇਨ ਕਰ ਦਿੱਤਾ ਆ ਕਿ ਸੰਸਦੀ ਸਰਕਾਰ ਉਹ ਸਰਕਾਰ ਹੁੰਦੀ ਆ ਜਿਹਦੇ ਵਿੱਚ ਕਾਰਜਪਾਲਿਕਾ ਅਤੇ ਸੰਸਦ ਦੇ ਵਿੱਚ ਗੂੜਾ ਸੰਬੰਧ ਹੁੰਦਾ ਆ। ਕਾਰਜਪਾਲਿਕਾ ਦੇ ਮੈਂਬਰ ਸੰਸਦ ਵਿੱਚੋਂ ਲਏ ਜਾਂਦੇ ਨੇ ਅਤੇ ਸੰਸਦ ਅੱਗੇ ਜ਼ਿੰਮੇਵਾਰ ਹੁੰਦੇ ਨੇ, ਇਨਡਾਇਰੈਕਟਲੀ ਲੋਕਾਂ ਦੇ ਅੱਗੇ ਜ਼ਿੰਮੇਵਾਰ ਹੁੰਦੇ ਆ। ਸੋ ਸੰਸਦੀ ਪ੍ਰਣਾਲੀ ਨੂੰ ਕੁਝ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਆ, ਜਿਵੇਂ ਕਿ ਜ਼ਿੰਮੇਵਾਰ ਸਰਕਾਰ ਅਤੇ ਮੰਤਰੀ ਮੰਡਲ ਪ੍ਰਣਾਲੀ ਦੀ ਸਰਕਾਰ। ਜ਼ਿੰਮੇਵਾਰ ਸਰਕਾਰ ਦਾ ਮਤਲਬ ਆ ਕਿ ਸਰਕਾਰ ਜਿਹੜੀ ਆ ਉਹ ਸੰਸਦ ਦੇ ਹੇਠਲੇ ਸਦਨ, ਜਿਹਨੂੰ ਅਸੀਂ ਹਰਮਨ ਪਿਆਰਾ ਸਦਨ ਵੀ ਕਹਿੰਦੇ ਆ ਇੰਡੀਆ ਦੇ ਵਿੱਚ, ਲੋਕ ਸਭਾ ਜਿਹੜਾ ਆ ਉਹ ਹਰਮਨ ਪਿਆਰਾ ਸਦਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆ। ਸੋ ਸਰਕਾਰ ਜਿਹੜੀ ਆ ਉਹ ਲੋਕ ਸਭਾ ਦੇ ਅੱਗੇ ਜ਼ਿੰਮੇਵਾਰ ਹੁੰਦੀ ਆ। ਦੂਜਾ ਨਾਮ ਜਿਹੜਾ ਇਹਦਾ ਲਿਆ ਜਾਂਦਾ ਹੈ ਮੰਤਰੀ ਮੰਡਲ ਪ੍ਰਣਾਲੀ ਦੀ ਸਰਕਾਰ। ਸੋ ਇਹਦਾ ਮਤਲਬ ਕੀ ਆ ਕਿ ਭਾਰਤ ਦੇ ਵਿੱਚ ਜਿੱਦਾਂ ਕਿ ਸਾਡੇ ਸੰਵਿਧਾਨ ਦੇ ਵਿੱਚ ਅਨੁਛੇਦ 74 ਦੇ ਅਧੀਨ ਇਹ ਵਿਵਸਥਾ ਕੀਤੀ ਗਈ ਆ ਕਿ ਰਾਸ਼ਟਰਪਤੀ ਨੂੰ ਸਲਾਹ ਦੇਣ ਵਾਸਤੇ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ, ਜਿਸ ਦਾ ਨੇਤਾ ਪ੍ਰਧਾਨ ਮੰਤਰੀ ਹੋਵੇਗਾ, ਅਤੇ ਰਾਸ਼ਟਰਪਤੀ ਮੰਤਰੀ ਪ੍ਰੀਸ਼ਦ ਦੀ ਸਲਾਹ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦਾ। ਯਾਨੀ ਕਿ ਰਾਸ਼ਟਰਪਤੀ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਕੰਮ ਕਰਨ ਵਾਸਤੇ ਪਾਬੰਦ ਆ। ਸੋ ਇਸ ਤਰੀਕੇ ਨਾਲ ਸੰਸਦੀ ਪ੍ਰਣਾਲੀ ਦਾ ਅਰਥ ਕੀ ਹੈ? ਸੰਸਦੀ ਸਰਕਾਰ ਵਿੱਚ ਅਸਲ ਕਾਰਜਪਾਲਿਕਾ ਜਿਹੜੀ ਹੈ ਉਹ ਮੰਤਰੀ ਪ੍ਰੀਸ਼ਦ ਹੁੰਦੀ ਹੈ, ਜਿਹੜੀ ਕਿ ਵਿਧਾਨ ਸਭਾ ਦੇ ਹੇਠਲੇ ਸਦਨ ਯਾਨੀ ਕਿ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਦੇ ਸਾਹਮਣੇ ਜ਼ਿੰਮੇਵਾਰ ਹੁੰਦੀ ਆ। ਅਤੇ ਮੁੱਖ ਕਾਰਜ ਸਾਧਕ ਮੁਖੀ ਜਿਹੜਾ ਕਿ ਭਾਰਤ ਦੇ ਵਿੱਚ ਜਿਹਨੂੰ ਅਸੀਂ ਰਾਸ਼ਟਰਪਤੀ ਦੇ ਨਾਂ ਨਾਲ ਜਾਣਦੇ ਹਾਂ, ਉਹ ਨਾਮਾਤਰ ਦਾ ਮੁਖੀ ਹੁੰਦਾ ਹੈ। ਉਹਨੂੰ ਨਾਮਾਤਰ ਦਾ ਮੁਖੀ ਕਿਉਂ ਕਿਹਾ ਜਾਂਦਾ ਆ? ਕਿਉਂਕਿ ਸਾਡੇ ਸੰਵਿਧਾਨ ਦੇ ਤਹਿਤ ਕਾਰਜਕਾਰੀ ਸ਼ਕਤੀਆਂ ਤਾਂ ਸੰਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ ਨੇ, ਪਰੰਤੂ ਰਾਸ਼ਟਰਪਤੀ ਉਹਨਾਂ ਸ਼ਕਤੀਆਂ ਦੀ ਵਰਤੋਂ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਕਰਨ ਵਾਸਤੇ ਪਾਬੰਦ ਆ। ਇਹ ਸਾਡੇ ਸੰਵਿਧਾਨ ਦੇ ਵਿੱਚ ਨਾਲ ਲਿਖ ਦਿੱਤਾ ਗਿਆ ਹੈ। ਸੋ ਅੱਗੇ ਆ ਜਾਂਦਾ ਹੈ ਸੰਸਦੀ ਸਰਕਾਰ ਦੀਆਂ ਡੈਫੀਨੇਸ਼ਨਸ ਜਾਂ ਪਰਿਭਾਸ਼ਾਵਾਂ। ਇਹਦੇ ਵਿੱਚ ਦੋ ਡੈਫੀਨੇਸ਼ਨਸ ਜਿਹੜੀਆਂ ਨੇ ਉਹ ਅਸੀਂ ਜ਼ਰੂਰ ਯਾਦ ਕਰਨੀਆਂ ਨੇ। ਡਾਕਟਰ ਗਾਰਨਰ ਦੇ ਅਨੁਸਾਰ ਸੰਸਦੀ ਸਰਕਾਰ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਅਸਲੀ ਕਾਰਜਪਾਲਿਕਾ ਮੰਤਰੀ ਮੰਡਲ ਜਾਂ ਮੰਤਰੀ ਪ੍ਰੀਸ਼ਦ ਆਪਣੀਆਂ ਰਾਜਨੀਤਿਕ ਨੀਤੀਆਂ ਅਤੇ ਕਾਰਜਾਂ ਲਈ ਕਾਨੂੰਨੀ ਤੌਰ 'ਤੇ ਵਿਧਾਨ ਮੰਡਲ ਜਾਂ ਉਸਦੇ ਇੱਕ ਸਦਨ ਦੇ ਸਾਹਮਣੇ ਜ਼ਿੰਮੇਵਾਰ ਰਹਿੰਦੀ ਹੈ, ਜਦਕਿ ਰਾਜ ਦਾ ਮੁਖੀ ਜਿਹੜਾ ਕਿ ਨਾਮਾਤਰ ਦਾ ਕਾਰਜ ਸਾਧਕ ਮੁਖੀ ਹੁੰਦਾ ਹੈ, ਗੈਰ ਜ਼ਿੰਮੇਵਾਰੀ ਦੀ ਸਥਿਤੀ ਵਿੱਚ ਰਹਿੰਦਾ ਹੈ। ਸੋ ਇਹ ਡੈਫੀਨੇਸ਼ਨ ਜਿਹੜੀ ਹੈ ਇਹ ਵੀ ਉਹੀ ਚੀਜ਼ ਐਕਸਪਲੇਨ ਕਰ ਰਹੀ ਹੈ ਕਿ ਸੰਸਦੀ ਸਰਕਾਰ ਉਹ ਸਰਕਾਰ ਹੈ ਜਿਹਦੇ ਵਿੱਚ ਅਸਲ ਕਾਰਜਪਾਲਿਕਾ ਕੌਣ ਆ? ਮੰਤਰੀ ਪ੍ਰੀਸ਼ਦ, ਜਿਹੜੀ ਕਿ ਆਪਣੀਆਂ ਪਾਲਿਸੀਜ਼ ਵਾਸਤੇ, ਆਪਣੀ ਨੀਤੀਆਂ ਲਈ ਕਾਨੂੰਨੀ ਤੌਰ 'ਤੇ ਵਿਧਾਨ ਮੰਡਲ ਜਾਂ ਸੰਸਦ ਦੇ ਹੇਠਲੇ ਜਾਂ ਜਿਹਨੂੰ ਹਰਮਨ ਪਿਆਰਾ ਸਦਨ ਵੀ ਕਿਹਾ ਜਾਂਦਾ ਆ, ਜਿਹੜਾ ਕਿ ਲੋਕ ਸਭਾ ਆ ਇੰਡੀਆ ਦੇ ਕੇਸ ਦੇ ਵਿੱਚ, ਉਹਦੇ ਸਾਹਮਣੇ ਜ਼ਿੰਮੇਵਾਰ ਆ। ਜਦਕਿ ਰਾਜ ਦਾ ਮੁਖੀ ਜਿਹੜਾ ਆ, ਰਾਸ਼ਟਰ ਆ, ਉਹ ਨਾਮਾਤਰ ਦਾ ਕਾਰਜ ਸਾਧਕ ਮੁਖੀ ਮੰਨਿਆ ਜਾਂਦਾ ਆ ਅਤੇ ਗੈਰ ਜ਼ਿੰਮੇਵਾਰੀ ਦੀ ਸਥਿਤੀ ਵਿੱਚ ਰਹਿੰਦਾ ਆ, ਕਿਉਂਕਿ ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਨਹੀਂ ਕਰ ਸਕਦਾ। ਉਸ ਨੂੰ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਹੀ ਚੱਲਣਾ ਪੈਂਦਾ ਆ। ਰਾਸ਼ਟਰਪਤੀ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਚੱਲਣ ਵਾਸਤੇ ਪਾਬੰਦ ਆ। ਦੂਸਰੀ ਡੈਫੀਨੇਸ਼ਨ ਜਿਹੜੀ ਹੈ ਉਹ ਹੈ ਗੈਟਲ ਦੀ। ਗੈਟਲ ਦੇ ਅਨੁਸਾਰ ਮੰਤਰੀ ਮੰਡਲ ਸਰਕਾਰ ਅਜਿਹੀ ਸਰਕਾਰ ਹੈ ਜਿਸ ਵਿੱਚ ਅਸਲੀ ਕਾਰਜਪਾਲਿਕਾ ਆਪਣੇ ਕਾਰਜਾਂ ਲਈ ਕਾਨੂੰਨੀ ਤੌਰ 'ਤੇ ਵਿਧਾਨ ਮੰਡਲ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਸੋ ਇਸ ਡੈਫੀਨੇਸ਼ਨ ਨੂੰ ਜੇਕਰ ਅਸੀਂ ਐਨਾਲਿਸਿਸ ਕਰੀਏ ਤਾਂ ਇਹਦੇ ਵਿੱਚ ਵੀ ਉਹੀ ਚੀਜ਼ ਸਾਹਮਣੇ ਆਉਂਦੀ ਆ ਕਿ ਮੰਤਰੀ ਮੰਡਲ ਸਰਕਾਰ ਅਜਿਹੀ ਸਰਕਾਰ ਹੈ ਜਿਹਦੇ ਵਿੱਚ ਅਸਲ ਕਾਰਜਪਾਲਿਕਾ ਜਿਹੜੀ ਹੈ
ਮੰਤਰੀ ਪ੍ਰੀਸ਼ਦ ਉਹ ਆਪਣੇ ਕਾਰਜਾਂ ਵਾਸਤੇ ਕਾਨੂੰਨੀ ਤੌਰ ਤੇ ਯਾਨੀ ਕਿ ਸੰਵਿਧਾਨਿਕ ਤੌਰ ਤੇ ਵਿਧਾਨ ਮੰਡਲ ਜਾਂ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਹੁਣ ਨੈਕਸਟ ਅਸੀਂ ਇਹਦੇ ਵਿੱਚ ਕਰਨੀਆਂ ਨੇ ਭਾਰਤ ਵਿੱਚ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ। ਸੋ ਭਾਰਤ ਵਿੱਚ ਸੰਸਦੀ ਸਰਕਾਰ ਜਿਹੜੀ ਹੈ, ਇੱਥੇ ਇਹ ਗੱਲ ਦੱਸਣੀ ਬੜੀ ਜ਼ਰੂਰੀ ਹੈ ਕਿ ਇੰਡੀਆ ਦੇ ਵਿੱਚ ਅਸੀਂ ਜਿਹੜਾ ਪਾਰਲੀਮੈਂਟਰੀ ਮਾਡਲ ਅਡੋਪਟ ਕੀਤਾ ਆ, ਸੰਸਦੀ ਪ੍ਰਣਾਲੀ ਲਈ ਹੈ, ਉਹ ਅਸੀਂ ਬ੍ਰਿਟੇਨ ਤੋਂ ਲਈ ਹੈ। ਸੋ ਦੇਖੋ ਬੱਚਿਓ, ਸਾਡਾ ਜਿਹੜਾ ਸੰਵਿਧਾਨ ਤਿਆਰ ਹੋਇਆ ਉਹਦੇ ਵਿੱਚ ਵੱਖ-ਵੱਖ ਵਿਵਸਥਾਵਾਂ ਜਿਹੜੀਆਂ ਨੇ ਉਹ ਦੁਨੀਆ ਦੇ ਵੱਖ-ਵੱਖ ਸੰਵਿਧਾਨਾਂ ਤੋਂ ਲਈਆਂ ਗਈਆਂ ਨੇ। ਸੋ ਇਸੇ ਤਹਿਤ ਸੰਸਦੀ ਪ੍ਰਣਾਲੀ ਜਿਹੜੀ ਹੈ ਅਸੀਂ ਬ੍ਰਿਟੇਨ ਤੋਂ ਲਈ ਹੈ, ਜਿਹਨੂੰ ਅਸੀਂ ਇੰਗਲੈਂਡ ਦੇ ਨਾਂ ਨਾਲ ਵੀ ਜਾਣਦੇ ਹਾਂ। ਸੋ ਆਓ ਅਸੀਂ ਇਹਦੀ ਪਹਿਲੀ ਵਿਸ਼ੇਸ਼ਤਾ ਡਿਸਕਸ ਕਰਦੇ ਹਾਂ, ਨਾਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿੱਚ ਅੰਤਰ। ਸੋ ਸੰਸਦੀ ਪ੍ਰਣਾਲੀ ਦੀ ਪਹਿਲੀ ਵਿਸ਼ੇਸ਼ਤਾ ਕੀ ਆ? ਨਾਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿੱਚ ਅੰਤਰ ਆ, ਯਾਨੀ ਕਿ ਨਾਮਾਤਰ ਕਾਰਜਪਾਲਿਕਾ ਕੋਈ ਹੋ ਰਿਹਾ, ਅਸਲ ਕਾਰਜਪਾਲਿਕਾ ਕੁਝ ਹੋ ਰਿਹਾ। ਜਿਵੇਂ ਕਿ ਮੈਂ ਮੀਨਿੰਗ ਦੇ ਵਿੱਚ ਵੀ ਤੁਹਾਨੂੰ ਦੱਸਿਆ ਕਿ ਭਾਰਤ ਵਿੱਚ ਰਾਸ਼ਟਰਪਤੀ ਜਿਹੜਾ ਆ ਉਹ ਨਾਮਾਤਰ ਦਾ ਕਾਰਜਕਾਰੀ ਮੁਖੀ ਆ ਅਤੇ ਵਾਸਤਵਿਕ ਮੁਖੀ ਕੌਣ ਆ? ਮੰਤਰੀ ਪ੍ਰੀਸ਼ਦ। ਸੋ ਰਾਸ਼ਟਰਪਤੀ ਜਿਹੜਾ ਆ ਉਹ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਚੱਲਣ ਵਾਸਤੇ ਪਾਬੰਦ ਆ। ਰਾਸ਼ਟਰਪਤੀ ਦੀਆਂ ਸ਼ਕਤੀਆਂ ਜਿਹੜੀਆਂ ਨੇ, ਭਾਵੇਂ ਕਿ ਸੰਵਿਧਾਨਿਕ ਤੌਰ ਤੇ ਕਾਰਜਕਾਰੀ ਸ਼ਕਤੀਆਂ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ ਨੇ, ਪਰੰਤੂ ਰਾਸ਼ਟਰਪਤੀ ਉਹਨਾਂ ਸ਼ਕਤੀਆਂ ਦੀ ਵਰਤੋਂ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਕਰਨ ਵਾਸਤੇ ਬਾਉਂਡ ਆ, ਪਾਬੰਦ ਆ। ਸੋ ਜਿੱਦਾਂ ਮੰਤਰੀ ਪ੍ਰੀਸ਼ਦ ਕਰੇਗੀ ਉਹਨੂੰ ਉਹਦੇ ਅਕੋਰਡਿੰਗਲੀ ਹੀ ਚੱਲਣਾ ਪਏਗਾ। ਦੂਸਰੀ ਵਿਸ਼ੇਸ਼ਤਾ ਜਿਹੜੀ ਆ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਗੂੜੇ ਸੰਬੰਧ। ਸੋ ਦੂਜੀ ਵਿਸ਼ੇਸ਼ਤਾ ਇਸ ਚੀਜ਼ ਵੱਲ ਇਸ਼ਾਰਾ ਕਰਦੀ ਹੈ ਕਿ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਗੂੜੇ ਸੰਬੰਧ ਨੇ। ਇਹ ਸੰਸਦੀ ਸਰਕਾਰ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਆ, ਯਾਨੀ ਕਿ ਕਾਰਜਪਾਲਿਕਾ ਦੇ ਮੈਂਬਰ ਜਿਹੜੇ ਨੇ ਉਹ ਵਿਧਾਨਪਾਲਿਕਾ ਵਿੱਚੋਂ ਲਏ ਜਾਂਦੇ ਨੇ, ਵਿਧਾਨਪਾਲਿਕਾ ਦੇ ਮੈਂਬਰ ਵੀ ਹੁੰਦੇ ਆ। ਇੱਥੇ ਵਿਧਾਨਪਾਲਿਕਾ ਮੀਨ ਸੰਸਦ ਦੀ ਗੱਲ ਕਰ ਰਹੇ ਹਾਂ। ਸੋ ਸੰਸਦ ਅਤੇ ਕਾਰਜਪਾਲਿਕਾ ਵਿੱਚ ਗੂੜੇ ਸੰਬੰਧ ਹੁੰਦੇ ਆ। ਕਾਰਜਪਾਲਿਕਾ ਦੇ ਮੈਂਬਰ ਸੰਸਦ ਦੇ ਮੈਂਬਰ ਵੀ ਹੁੰਦੇ ਨੇ ਅਤੇ ਸੰਸਦ ਅੱਗੇ ਜ਼ਿੰਮੇਵਾਰ ਵੀ ਹੁੰਦੇ ਨੇ। ਸੋ ਸੰਸਦ ਦਾ ਹੇਠਲਾ ਸਦਨ ਜਿਹੜਾ ਆ, ਲੋਕ ਸਭਾ, ਪਾਰਟਿਕੂਲਰਲੀ ਉਹਦੇ ਸਾਹਮਣੇ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੁੰਦੀ ਆ, ਕਿਉਂਕਿ ਉਸ ਸਦਨ ਦੇ ਮੈਂਬਰ ਜਿਹੜੇ ਨੇ ਉਹ ਲੋਕਾਂ ਦੁਆਰਾ ਡਾਇਰੈਕਟਲੀ ਵੋਟਾਂ ਪਾ ਕੇ ਚੁਣੇ ਜਾਂਦੇ ਆ। ਸੋ ਇਨਡਾਇਰੈਕਟਲੀ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਅੱਗੇ ਜ਼ਿੰਮੇਵਾਰ ਹੁੰਦੀ ਹੈ। ਤੀਜੀ ਵਿਸ਼ੇਸ਼ਤਾ ਜਿਹੜੀ ਆ, ਮੰਤਰੀ ਪ੍ਰੀਸ਼ਦ ਉੱਪਰ ਸੰਸਦ ਦਾ ਕੰਟਰੋਲ। ਸੋ ਸੰਸਦੀ ਸਰਕਾਰ ਦੇ ਵਿੱਚ ਮੰਤਰੀ ਪ੍ਰੀਸ਼ਦ ਜਿਹੜੀ ਹੈ ਉਹ ਡਿਕਟੇਟਰ ਨਹੀਂ ਬਣ ਸਕਦੀ, ਉਹਦੇ ਉੱਪਰ ਸੰਸਦ ਦਾ ਕੰਟਰੋਲ ਬਣਿਆ ਰਹਿੰਦਾ ਆ। ਸੋ ਸੰਸਦ ਵੱਖ-ਵੱਖ ਤਰੀਕਿਆਂ ਨਾਲ ਕਾਰਜਪਾਲਿਕਾ ਉੱਤੇ ਆਪਣਾ ਕੰਟਰੋਲ ਬਣਾ ਕੇ ਰੱਖਦੀ ਆ। ਸੰਸਦ ਦੇ ਮੈਂਬਰ ਸੈਸ਼ਨ ਦੇ ਦੌਰਾਨ ਮੰਤਰੀਆਂ ਕੋਲੋਂ ਉਹਨਾਂ ਦੇ ਵਿਭਾਗਾਂ ਸੰਬੰਧੀ ਪ੍ਰਸ਼ਨ ਪੁੱਛ ਸਕਦੇ ਨੇ, ਮੰਤਰੀਆਂ ਨੂੰ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਨੇ। ਇਸ ਤੋਂ ਇਲਾਵਾ ਸੰਸਦ ਦੇ ਵਿੱਚ ਧਿਆਨ ਦਿਵਾਊ ਮਤਾ ਅਤੇ ਸਥਗਨ ਪ੍ਰਸਤਾਵ ਅਤੇ ਨੋ ਕੌਨਫੀਡੈਂਸ ਮੋਸ਼ਨ, ਜਿਹਨੂੰ ਅਵਿਸ਼ਵਾਸ ਦਾ ਪ੍ਰਸਤਾਵ ਕਹਿੰਦੇ ਆ, ਇਹ ਸਾਰੇ ਮਤੇ ਪਾਸ ਕੀਤੇ ਜਾ ਸਕਦੇ ਨੇ। ਸੋ ਇਸ ਤਰੀਕੇ ਨਾਲ ਵੱਖ-ਵੱਖ ਮਤਿਆਂ ਦੇ ਜ਼ਰੀਏ ਸੰਸਦ ਜਿਹੜੀ ਹੈ ਉਹ ਕਾਰਜਪਾਲਿਕਾ ਉੱਤੇ ਆਪਣਾ ਕੰਟਰੋਲ ਬਣਾ ਕੇ ਰੱਖਦੀ ਹੈ। ਨੈਕਸਟ ਵਿਸ਼ੇਸ਼ਤਾ ਆ ਜਾਂਦੀ ਪ੍ਰਧਾਨ ਮੰਤਰੀ ਦੀ ਅਗਵਾਈ। ਸੋ ਯਾਨੀ ਕਿ ਇੱਥੇ ਮੰਤਰੀ ਪ੍ਰੀਸ਼ਦ ਨੂੰ ਅਸਲ ਕਾਰਜਪਾਲਿਕਾ ਕਿਹਾ ਗਿਆ ਵਾ, ਪਰ ਨਾਲ ਇਹ ਵੀ ਲਿਖਿਆ ਗਿਆ ਕਿ ਮੰਤਰੀ ਪ੍ਰੀਸ਼ਦ ਦਾ ਨੇਤਾ ਪ੍ਰਧਾਨ ਮੰਤਰੀ। ਸੋ ਯਾਨੀ ਕਿ ਸਾਰਾ ਪ੍ਰਸ਼ਾਸਨ ਜਿਹੜਾ ਆ ਉਹ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਘੁੰਮਦਾ ਆ। ਜਦੋਂ ਵੀ ਦੇਸ਼ ਦੇ ਸਾਹਮਣੇ ਕੋਈ ਸੰਕਟ ਆਉਂਦਾ ਆ, ਲੋਕ ਕਿਹਦੇ ਵੱਲ ਵੇਖਦੇ ਨੇ? ਪ੍ਰਧਾਨ ਮੰਤਰੀ ਵੱਲ। ਯਾਨੀ ਕਿ ਪ੍ਰਧਾਨ ਮੰਤਰੀ ਜਿਹੜਾ ਕੀ ਡਿਸਾਈਡ ਕਰ ਰਿਹਾ, ਕੀ ਡਿਸੀਜਨ ਲੈ ਰਿਹਾ ਵਾ। ਸੋ ਪ੍ਰਧਾਨ ਮੰਤਰੀ ਨੂੰ ਪੂਰੇ ਦੇਸ਼ ਨੂੰ ਆਪਣੀ ਅਗਵਾਈ ਪ੍ਰਦਾਨ ਕਰਨੀ ਪੈਂਦੀ ਆ। ਸੋ ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਦੀਆਂ ਬੈਠਕਾਂ ਬੁਲਾਉਂਦਾ ਆ, ਉਹਦੇ ਵਿੱਚ ਜੋ ਵੀ ਡਿਸਕਸ ਕਰਨਾ ਉਹ ਡਿਸਕਸ ਕਰਦਾ ਆ ਅਤੇ ਮੀਟਿੰਗਸ ਸਥਗਿਤ ਕਰ ਸਕਦਾ ਆ। ਸੋ ਇਸ ਕਰਕੇ ਮੰਤਰੀ ਪ੍ਰੀਸ਼ਦ ਜਿਹੜਾ ਆ ਉਹ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਅਧੀਨ ਹੀ ਚੱਲਦੀ ਹੈ। ਨੈਕਸਟ ਵਿਸ਼ੇਸ਼ਤਾ ਮੰਤਰੀ ਪ੍ਰੀਸ਼ਦ ਦੀ ਸਮੂਹਿਕ ਜ਼ਿੰਮੇਵਾਰੀ, ਯਾਨੀ ਕਿ ਮੰਤਰੀ ਪ੍ਰੀਸ਼ਦ ਆਪਣੇ ਕੰਮਾਂ ਵਾਸਤੇ, ਆਪਣੀ ਨੀਤੀਆਂ ਵਾਸਤੇ ਸਮੂਹਿਕ ਤੌਰ ਤੇ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਦੇ ਅੱਗੇ ਜ਼ਿੰਮੇਵਾਰ ਹੁੰਦਾ। ਸੋ ਆਮ ਤੌਰ ਤੇ ਕਿਹਾ ਜਾਂਦਾ ਵਾ ਕਿ ਦੇ ਸਵਿਮ ਐਂਡ ਸਿੰਕ ਟੁਗੇਦਰ, ਉਹ ਇਕੱਠੇ ਤੈਰਦੇ ਨੇ, ਇਕੱਠੇ ਡੁੱਬਦੇ ਨੇ। ਯਾਨੀ ਕਿ ਜੇਕਰ ਕਿਸੇ ਵੀ ਇੱਕ ਮੰਤਰੀ ਦੇ ਖਿਲਾਫ ਅਵਿਸ਼ਵਾਸ ਦਾ ਮਤਾ ਪਾਸ ਹੁੰਦਾ ਆ ਤਾਂ ਪੂਰੇ ਮੰਤਰੀ ਪ੍ਰੀਸ਼ਦ ਨੂੰ ਰਿਜ਼ਾਈਨ ਕਰਨਾ ਪੈਂਦਾ ਆ, ਅਸਤੀਫਾ ਦੇਣਾ ਪੈਂਦਾ ਆ। ਸੋ ਇਸ ਤਰੀਕੇ ਨਾਲ ਮੰਤਰੀ ਪ੍ਰੀਸ਼ਦ ਦੀ ਸਮੂਹਿਕ ਜ਼ਿੰਮੇਵਾਰੀ ਜਿਹੜੀ ਆ ਉਹ ਲੋਕ ਸਭਾ ਦੇ ਅੱਗੇ ਬਣਦੀ ਆ।
ਇਸ ਤੋਂ ਬਾਅਦ ਵਿਅਕਤੀਗਤ ਜ਼ਿੰਮੇਵਾਰੀ ਆ ਜਾਂਦੀ ਹੈ, ਯਾਨੀ ਕਿ ਹਰ ਮੰਤਰੀ ਆਪਣੇ ਵਿਭਾਗ ਨੂੰ ਚਲਾਉਣ ਵਾਸਤੇ ਆਪਣੇ ਵਿਭਾਗ ਨਾਲ ਸੰਬੰਧਿਤ ਨੀਤੀਆਂ ਲਈ ਉਹ ਸੰਸਦ ਦੇ ਅੱਗੇ ਜ਼ਿੰਮੇਵਾਰ ਆ। ਜੇਕਰ ਕਿਸੇ ਮੰਤਰੀ ਨੂੰ ਇਹ ਲੱਗਦਾ ਆ ਕਿ ਉਹਦੇ ਵਿਭਾਗ ਨਾਲ ਸੰਬੰਧਿਤ ਨੀਤੀਆਂ ਜਿਹੜੀਆਂ ਨੇ ਉਹ ਅਸਫਲ ਹੋ ਗਈਆਂ ਨੇ, ਉਹ ਸਫਲ ਨਹੀਂ ਹੋਈਆਂ, ਜਾਂ ਉਹਦੇ ਵਿੱਚ ਕੋਈ ਨਾ ਕੋਈ ਫੇਲਿਅਰ ਆ ਗਿਆ ਵਾ, ਤਾਂ ਉਸ ਸੰਬੰਧਿਤ ਮੰਤਰੀ ਨੂੰ ਵੀ ਆਪਣਾ ਅਸਤੀਫਾ ਦੇਣਾ ਪੈ ਸਕਦਾ ਵਾ। ਸੋ ਇਸ ਕਰਕੇ ਸਮੂਹਿਕ ਦੇ ਨਾਲ ਹਰ ਮੰਤਰੀ ਆਪਣੇ ਵਿਭਾਗ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਅੱਗੇ ਜ਼ਿੰਮੇਵਾਰ ਹੈਗਾ ਹੈ। ਨੈਕਸਟ ਵਿਸ਼ੇਸ਼ਤਾ ਆ ਜਾਂਦੀ ਹੈ ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ। ਸੋ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਮੰਤਰੀ ਪਰਿਸ਼ਦ ਦੀ ਮਿਆਦ ਜਿਹੜੀ ਆਮ ਤੌਰ 'ਤੇ ਭਾਰਤ ਵਿੱਚ ਜਿੱਦਾਂ 5 ਸਾਲ ਆ, ਪਰੰਤੂ 5 ਸਾਲ ਮਿਆਦ ਜਿਹੜੀ ਉਹ ਫਿਕਸ ਨਹੀਂ ਹੈ। 5 ਸਾਲ ਤੋਂ ਪਹਿਲਾਂ ਵੀ ਸਰਕਾਰ ਜਿਹੜੀ ਡਿੱਗ ਸਕਦੀ ਆ, 5 ਸਾਲ ਤੋਂ ਪਹਿਲਾਂ ਵੀ ਸਰਕਾਰ ਨੂੰ ਰਿਜ਼ਾਈਨ ਕਰਨਾ ਪੈ ਸਕਦਾ ਵਾ। ਜੇਕਰ ਮੰਤਰੀ ਪਰਿਸ਼ਦ ਨੂੰ ਲੋਕ ਸਭਾ ਦੇ ਵਿੱਚ ਬਹੁਮਤ ਦਾ ਵਿਸ਼ਵਾਸ ਹਾਸਲ ਨਹੀਂ ਰਹਿੰਦਾ ਤਾਂ ਸਰਕਾਰ ਡਿੱਗ ਜਾਂਦੀ ਹੈ। ਜਿਵੇਂ ਕਿ 1999 ਵਿੱਚ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਨੂੰ ਲੋਕ ਸਭਾ ਦੇ ਵਿੱਚ ਬਹੁਮਤ ਦਾ ਵਿਸ਼ਵਾਸ ਹਾਸਲ ਨਹੀਂ ਸੀ ਰਿਹਾ ਅਤੇ ਇਸ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ। ਸੋ ਨੈਕਸਟ ਆ ਜਾਂਦਾ ਲੋਕ ਸਭਾ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨ ਦੀ ਵਿਵਸਥਾ। ਸੋ ਜਿਵੇਂ ਕਿ ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਆ, ਉਸੇ ਤਰੀਕੇ ਨਾਲ ਸੰਸਦ ਦਾ ਜਿਹੜਾ ਹੇਠਲਾ ਹਰਮਨ ਪਿਆਰਾ ਸਦਨ ਜਿਹਨੂੰ ਕਿਹਾ ਜਾਂਦਾ ਵਾ ਲੋਕ ਸਭਾ, ਉਹਨੂੰ ਵੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕੀਤਾ ਜਾ ਸਕਦਾ ਵਾ। ਜੇਕਰ ਸਰਕਾਰ ਚਾਹੇ ਤਾਂ ਉਹ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕਰ ਸਕਦੀ ਆ। ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਵੀ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਸਰਕਾਰਾਂ ਨੇ ਕੀਤੀ ਆ ਅਤੇ ਫਿਰ ਦੁਬਾਰਾ ਚੋਣਾਂ ਹੁੰਦੀਆਂ ਰਹੀਆਂ ਨੇ। ਵਿਰੋਧੀ ਦਲ ਦੇ ਨੇਤਾ ਨੂੰ ਕਾਨੂੰਨੀ ਮਾਨਤਾ। ਸੋ ਭਾਰਤ ਵਿੱਚ ਵਿਰੋਧੀ ਦਲ ਦੇ ਨੇਤਾ ਨੂੰ ਵੀ ਕਾਨੂੰਨੀ ਮਾਨਤਾ ਪ੍ਰਾਪਤ ਹੁੰਦੀ ਆ। ਵਿਰੋਧੀ ਦਲ ਦੀ ਕਾਨੂੰਨੀ ਮਾਨਤਾ ਪ੍ਰਾਪਤ ਕਰਨ ਲਈ ਕਿਸੇ ਪਾਰਟੀ ਨੂੰ ਲੋਕ ਸਭਾ ਦੇ ਜਿੰਨੇ ਕੁੱਲ ਮੈਂਬਰ ਨੇ ਉਹਦਾ 1/10 ਯਾਨੀ ਕਿ 10ਵਾਂ ਹਿੱਸਾ ਜਿਹੜਾ ਆ ਉਹ ਪ੍ਰਾਪਤ ਕਰਨਾ ਪੈਂਦਾ ਆ। ਉਹਨੇ ਮੈਂਬਰ ਉਹਦੇ ਜਿੱਤਣਗੇ ਤਾਂ ਹੀ ਉਸ ਸੰਬੰਧਿਤ ਵਿਰੋਧੀ ਪਾਰਟੀ ਦੇ ਨੇਤਾ ਨੂੰ ਕਾਨੂੰਨੀ ਮਾਨਤਾ ਜਿਹੜੀ ਪ੍ਰਾਪਤ ਹੁੰਦੀ ਆ। ਅਤੇ ਇਸ ਤੋਂ ਬਾਅਦ ਫਿਰ ਉਸ ਵਿਰੋਧੀ ਦਲ ਦੇ ਨੇਤਾ ਨੂੰ ਕੈਬਨਿਟ ਮੰਤਰੀ ਨੂੰ ਮਿਲਣ ਵਾਲੇ ਸਾਰੇ ਭੱਤੇ ਅਤੇ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ। ਸੋ ਕੈਬਨਿਟ ਮੰਤਰੀ ਦੇ ਬਰਾਬਰ ਜਿਹੜਾ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ। ਇਸ ਤੋਂ ਇਲਾਵਾ ਮੰਤਰੀ ਪਰਿਸ਼ਦ ਦਾ ਆਕਾਰ ਨਿਸ਼ਚਿਤ। ਸੋ ਆਮ ਤੌਰ 'ਤੇ ਵੇਖਿਆ ਜਾਂਦਾ ਰਿਹਾ ਵਾ ਪਹਿਲਾਂ ਕਿ ਪ੍ਰਧਾਨ ਮੰਤਰੀ ਆਪਣੇ ਮੰਤਰੀ ਮੰਡਲ ਦੇ ਵਿੱਚ ਮੰਤਰੀ ਸ਼ਾਮਲ ਕਰਨ ਲੱਗਿਆਂ ਉਹ ਵੇਖਦੇ ਨਹੀਂ ਸੀ, ਜਿੰਨੇ ਮਰਜ਼ੀ ਮੰਤਰੀ ਸ਼ਾਮਲ ਕਰ ਲੈਂਦੇ ਸੀ। ਪਰੰਤੂ ਸਾਡੇ ਸੰਵਿਧਾਨ ਦੇ ਵਿੱਚ 2003 ਦੇ ਵਿੱਚ 91st ਅਮੈਂਡਮੈਂਟ ਜਿਹੜੀ ਆ ਕੀਤੀ ਗਈ ਆ, 91st ਸੋਧ ਕੀਤੀ ਗਈ ਆ, ਜਿਸ ਦੇ ਤਹਿਤ ਮੰਤਰੀ ਪਰਿਸ਼ਦ ਦਾ ਆਕਾਰ ਜਿਹੜਾ ਫਿਕਸ ਕਰ ਦਿੱਤਾ ਗਿਆ ਆ। ਯਾਨੀ ਕਿ ਟੋਟਲ ਹਾਊਸ ਦੇ ਜਿੰਨੇ ਵੀ ਮੈਂਬਰ ਨੇ ਉਹਦਾ 15%। ਜੇ ਲੋਕ ਸਭਾ ਦੀ ਗੱਲ ਕਰੀਏ ਤਾਂ ਲੋਕ ਸਭਾ ਦੇ ਜਿੰਨੇ ਟੋਟਲ ਮੈਂਬਰ ਨੇ ਉਹਦਾ 15% ਤੋਂ ਵੱਧ ਮੰਤਰੀ ਜਿਹੜੇ ਨੇ ਮੰਤਰੀ ਮੰਡਲ ਵਿੱਚ ਨਹੀਂ ਲਏ ਜਾ ਸਕਦੇ। ਜੇ ਆਪਾਂ ਕਿਸੇ ਸਟੇਟ ਦੀ ਗੱਲ ਕਰ ਲਈਏ ਅੱਗੋਂ, ਤੇ ਕਿਸੇ ਵੀ ਰਾਜ ਵਿਧਾਨ ਸਭਾ ਦੇ ਜਿੰਨੇ ਟੋਟਲ ਮੈਂਬਰ ਨੇ ਉਹਦਾ 15% ਤੋਂ ਵੱਧ ਮੈਂਬਰ ਜਿਹੜੇ ਨੇ ਉਹ ਮੰਤਰੀ ਮੰਡਲ ਵਿੱਚ ਨਹੀਂ ਲਏ ਜਾ ਸਕਦੇ। ਸੋ ਇਹ ਸੋਧ ਜਿਹੜੀ ਆ ਸਾਡੇ ਸੰਵਿਧਾਨ ਦੇ ਵਿੱਚ ਕੀਤੀ ਗਈ ਆ। ਇਸ ਤੋਂ ਇਲਾਵਾ ਗੁਪਤਤਾ ਦਾ ਸਿਧਾਂਤ ਜਿਹੜਾ ਆ ਸੰਸਦੀ ਪ੍ਰਣਾਲੀ ਦੀ ਵਿਸ਼ੇਸ਼ਤਾ ਆ, ਜਿਹਦੇ ਵਿੱਚ ਜਦੋਂ ਵੀ ਮੰਤਰੀਆਂ ਨੂੰ ਸਹੁੰ ਚੁਕਾਈ ਜਾਂਦੀ ਆ, ਸੋ ਜੇ ਅਸੀਂ ਕੇਂਦਰ ਦੀ ਗੱਲ ਕਰੀਏ ਤਾਂ ਰਾਸ਼ਟਰਪਤੀ ਵੱਲੋਂ ਜਦੋਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਂਦੀ ਹੈ, ਜਾਂ ਰਾਜਾਂ ਦੀ ਗੱਲ ਕਰੀਏ ਤਾਂ ਰਾਜਪਾਲ ਵੱਲੋਂ ਮੰਤਰੀਆਂ ਨੂੰ ਸਹੁੰ ਚੁਕਾਉਣ ਵੇਲੇ ਉਹਨਾਂ ਨੂੰ ਆਪਣੇ ਅਹੁਦੇ ਦੇ ਜਿਹੜੇ ਭੇਦ ਨੇ ਗੁਪਤ ਰੱਖਣ ਦੀ ਸਹੁੰ ਚੁਕਾਈ ਜਾਂਦੀ ਹੈ। ਸੋ ਇਹ ਨੈਸ਼ਨਲ ਸਿਕਿਉਰਿਟੀ ਦੇ ਪਰਪਸ ਵਾਸਤੇ ਜਿਹੜਾ ਆ ਇਹ ਕੀਤਾ ਜਾਂਦਾ ਆ ਕਿ ਉਹ ਆਪਣੇ ਅਹੁਦੇ ਨਾਲ ਸੰਬੰਧਿਤ ਭੇਦ ਜਿਹੜੇ ਆ ਉਹ ਗੁਪਤ ਰੱਖਣਗੇ ਅਤੇ ਡਿਸਕਲੋਜ਼ ਨਹੀਂ ਕਰਨਗੇ। ਸੋ ਇਹ ਸੀਗੀਆਂ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਅਗਲੇ ਲੈਕਚਰ ਦੇ ਵਿੱਚ ਅਸੀਂ ਸੰਸਦੀ ਪ੍ਰਣਾਲੀ ਦੇ ਦੋਸ਼ਾਂ ਬਾਰੇ ਚਰਚਾ ਕਰਾਂਗੇ। ਥੈਂਕ ਯੂ ਸੋ ਮਚ।